ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ a very very good morning ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਰਸ਼, ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਣ ਜੀ। ਲੋ ਫਿਰ ਜੌਲ ਸਾਹਿਬ ਆਓ ਫਿਰ ਗੱਲਾਂ ਬਾਤਾਂ ਕਰੀਏ ਕੁਝ ਏਵੀਏਸ਼ਨਸ ਦੀ, ਕੁਝ ਇੰਟਰਨੈਸ਼ਨਲ ਟਰੈਵਲਰਸ ਨੂੰ ਲੈ ਕੇ। ਖਬਰ ਆ ਰਹੀ ਹੈ ਜੀ ਇੰਡੀਆ ਟੂ ਕਹਿ ਲਓ ਕਿ ਬੰਦ ਕਰ ਰਹੇ ਨੇ, ਅਬੋਲਿਸ਼ ਕਰ ਰਹੇ ਨੇ ਜੀ ਨੈਗੇਟਿਵ ਟੈਸਟ ਰਿਕੁਆਇਰਮੈਂਟਸ ਫॉर ਫੁੱਲੀ ਵੈਕਸੀਨੇਟਿਡ ਜਿਹੜੇ ਇੰਟਰਨੈਸ਼ਨਲ ਟਰੈਵਲਰਸ ਇੰਡੀਆ ਨੂੰ ਜਾ ਰਹੇ ਨੇ ਫੈਬਰੂਰੀ 14 ਨੂੰ। ਕੁਛ ਹਾਲੇ ਵੀ ਚੇਂਜਸ ਆ ਰਹੀਆਂ ਨੇ, ਪਰੰਤੂ ਇਹ ਖਬਰ ਹਾਲੇ ਤਾਜ਼ੀ ਆਈ ਹੈ। ਕੀ ਡੂੰਘਾਈ ਦੇ ਵਿੱਚ ਜ਼ਰਾ ਦੱਸੋ ਸਾਨੂੰ ਜੀ। ਅਰਸ਼, ਇੱਕ ਜੋ ਇੰਡੀਅਨ ਗਵਰਨਮੈਂਟ ਦਾ ਅੱਜ 3 ਪੇਜਸ ਦਾ ਮਤਲਬ 3 ਸਫ਼ਿਆਂ ਦਾ ਬੜਾ ਡੀਟੇਲਡ ਸਰਕੂਲਰ ਹੈ ਨਵਾਂ, ਵੀ ਉਹ ਹੁਣ ਐਵਰੇਜ ਇੰਡੀਅਨ ਜਾਂ ਐਵਰੇਜ ਕਹਿ ਲਓ ਵੀ ਉੱਥੋਂ ਜਿਹੜੇ ਬਾਹਰ ਗਏ ਹੋਏ ਲੋਕ ਨੇ ਉਹਨਾਂ ਦੇ ਸਮਝ ਆਉਣ ਵਾਲਾ ਘੱਟ ਆ, ਕਿਉਂਕਿ ਕਾਫੀ ਡੀਟੇਲਡ ਉਹਦੇ ਵਿੱਚ ਰਿਕੁਆਇਰਮੈਂਟਸ ਹੈ ਜਿਹੜੀਆਂ ਲਿਖੀਆਂ ਗਈਆਂ ਜੀ। ਵੀ ਜਾਣੀ ਉਹਨੂੰ ਦੇਖ ਕੇ ਇਹ ਵੀ ਲੱਗਦਾ ਸੀਗਾ ਜਿੱਦਾਂ ਪਹਿਲਾਂ ਆਪਾਂ ਸੋਚਦੇ ਸੀ ਵੀ ਭਾਰਤ ਵਿੱਚ ਜਾਂ ਕਿਸੇ ਵੀ ਦੇਸ਼ ਵਿੱਚ ਵੈਸੇ ਵੀ ਜੇ ਕਿਸੇ ਨੇ ਬੈਂਕ ਅਕਾਊਂਟ ਵੀ ਖੁਲਾਉਣਾ ਜਾਣੀ ਹੁਣ ਘੱਟ ਪੜ੍ਹੇ ਲਿਖੇ ਲੋਕਾਂ ਦਾ ਯੁੱਗ ਰਹੂਗਾ ਨਹੀਂ, ਉਹਨਾਂ ਦਾ ਹੀ ਰਹੂਗਾ ਜਿਹਨਾਂ ਨੂੰ ਕੰਪਿਊਟਰ ਦੀ ਇੰਟਰਨੈਟ ਦੀ ਨੌਲੇਜ ਹੋਊਗੀ। ਤੇ ਹੁਣ ਜਾਣੀ ਉਹ ਸਰਕੂਲਰ ਦੇਖ ਕੇ ਮੋਟੇ ਰੂਪ ਚ ਤਾਂ ਸਮਝ ਇਹੀ ਆਉਂਦੀ ਆ ਵੀ ਜਾਣੀ ਫਲਾਈਟ ਦੇ ਵਿੱਚ ਬੈਠਣ ਦੇ ਲਈ ਤੁਹਾਡਾ ਵੈਕਸੀਨੇਟ ਹੋਇਆ ਹੋਣਾ ਜ਼ਰੂਰੀ ਹੈ ਤੇ ਜਾਂ ਉੱਥੇ ਪਾਇਆ ਹੋਇਆ ਔਰ ਵੀ ਫਿਰ ਜਿਹੜਾ ਤੁਹਾਡੇ ਕੋਲ ਨੈਗੇਟਿਵ ਟੈਸਟ ਵਿਦਿਨ 72 ਆਵਰਸ ਹੋਣਾ ਚਾਹੀਦਾ। ਇਹਦਾ ਹੁਣ ਮਤਲਬ ਇਹ ਨਿਕਲਦਾ ਵੀ ਜਿਹੜੇ ਜਾਣੀ ਕਿ ਵੈਕਸੀਨੇਟਡ ਲੋਕ ਹੋਣਗੇ ਉਹਨਾਂ ਨੇ ਪਲੇਨ 'ਚ ਇੰਡੀਆ ਜਾਣ ਵਾਸਤੇ ਬੈਠਣਾ ਤੇ ਉਹਨਾਂ ਨੂੰ ਉਹ 72 ਘੰਟੇ ਪਹਿਲਾਂ ਜਿਹੜਾ ਟੈਸਟ ਕਰਾਉਣਾ ਪੈਂਦਾ ਵੀ ਉਹਦੀ ਲੋੜ ਨਹੀਂ ਰਹੂਗੀ। ਪਰ ਕਿਉਂਕਿ ਜਿੰਨਾ ਉਹ ਜ਼ਿਆਦਾ ਡੀਟੇਲਡ ਹੈ, ਹਜੇ ਨਵਾਂ ਆਇਆ, ਓਪਰਾ ਦੇਖਿਆ ਵੀ ਥੋੜ੍ਹੀ ਸਮਝ ਆਈ ਆ, ਹਜੇ ਹੋਰ ਜਾਣੀ ਇਹਦੇ ਜਿਹੜੇ ਫਰਦਰ ਵਿਸਥਾਰ ਆ ਚਲੋ ਆਪਾਂ ਕੱਲ੍ਹ ਨੂੰ ਵੀ ਸ਼ੇਅਰ ਕਰ ਸਕਦੇ ਹਾਂ। ਪਰ ਹਾਲ ਦੀ ਘੜੀ ਇੰਨੀ ਗੱਲ ਸਮਝ ਆ ਰਹੀ ਆ ਵੀ ਜਾਣੀ ਉਹਦੇ ਵਿੱਚ ਇੱਕ ਤਾਂ ਜਿਹੜਾ ਉਹ 8 ਦਿਨ ਘਰੇ ਜਾ ਕੇ ਵੀ 7 ਦਿਨ ਘਰ ਰਹਿਣਾ ਸੀਗਾ, 8ਵੇਂ ਦਿਨ ਜਾ ਕੇ ਉਹਨੂੰ ਫਿਰ ਦੁਬਾਰਾ ਅਪਲੋਡ ਕਰਨਾ ਸੀ ਨੈਗੇਟਿਵ ਟੈਸਟ, ਉਹ ਵੀ ਜਿਹੜਾ ਉਹ ਹੁਣ ਕੱਢ ਰਹੇ ਨੇ, ਮਤਲਬ ਪੋਲਿਸ਼ ਕਰ ਰਹੇ ਨੇ। ਪਰ ਉਹਦੀ ਬਜਾਏ ਜਾਣੀ 14 ਦਿਨ ਆਪਣੇ ਆਪ ਨੂੰ ਹਰ ਇੱਕ ਨੇ ਬਾਹਰੋਂ ਜਾ ਕੇ ਇੰਡੀਆ ਦੇ ਵਿੱਚ ਜਾਣੀ ਮੋਨੀਟਰ ਕਰਨਾ ਆਪਣੀ ਹੈਲਥ ਨੂੰ ਜੀ। ਸੋ ਨਾਲ ਹੀ ਜਾਣੀ ਜਿਹੜਾ ਉੱਥੇ ਦਾ ਉਹ ਉਹਨਾਂ ਦੇ ਐਪ ਜਿਹੜੀ ਸੁਵਿਧਾ ਐਪ ਹੈ ਉਹਦੇ ਵਿੱਚ ਜਾਣੀ ਅਪਲੋਡ ਕਰਨ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਜਾਣੀ ਆਪਣਾ ਡੈਕਲੇਰੇਸ਼ਨ ਉਹ ਪਹਿਲਾਂ ਵਾਂਗ ਇੱਦਾਂ ਹੀ ਉਹ ਅਪਲੋਡ ਕਰਨਾ ਹੋਊਗਾ ਸਾਈਨ ਕਰਕੇ। ਦੂਸਰੇ ਪਾਸੇ ਇਹ ਹੈ ਜੀ ਵੀ ਆਪਣੀ ਜਿਹੜੀ ਉਹ ਵੈਕਸੀਨੇਸ਼ਨ ਦੀ ਰਿਪੋਰਟ ਆ ਉਹ ਵੀ ਉੱਦਾਂ ਹੀ ਉਹਦੇ ਵਿੱਚ ਅਪਡੇਟ ਕਰਨੀ ਹੋਊਗੀ। ਤੇ ਬਾਕੀ ਜਿਹੜੇ ਇੰਡੀਆ ਦੇ ਉਹ ਐਪਸ ਜਾਣੀ ਉਹਨਾਂ ਨੇ ਇਹ ਕੋਵਿਡ ਕਰਕੇ ਸਪੈਸ਼ਲ ਕੱਢੇ ਹੋਏ ਨੇ 2, ਉਹ ਜ਼ਰੂਰ ਉਹਦੇ ਵਿੱਚ ਅਪਲੋਡ ਹੋਣੇ ਚਾਹੀਦੇ ਆ ਹਰ ਇੱਕ ਦੇ ਫੋਨ ਦੇ ਵਿੱਚ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਏਅਰਲਾਈਨਸ ਵਾਸਤੇ ਕਾਫੀ ਉਹਦੇ ਵਿੱਚ ਇੰਸਟਰਕਸ਼ਨਸ ਹੈਗੀਆਂ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਪੈਸੇਂਜਰਸ ਨੂੰ ਮੋਨੀਟਰ ਕਰਨਾ ਜਦੋਂ ਪਲੇਨ ਦੇ ਵਿੱਚ ਮਤਲਬ ਐਂਟਰ ਹੁੰਦੇ ਨੇ ਜਾਂ ਫਿਰ ਜਦੋਂ ਉਹ ਬਾਹਰ ਉੱਥੇ ਅਰਾਈਵ ਕਰਕੇ ਨਿਕਲਣਾ, ਉਹਨਾਂ ਨੇ 2 ਮੀਟਰ ਦੀ ਡਿਸਟੈਂਸ ਰੱਖਣੀ ਹੈ ਵਗੈਰਾ। ਸੋ ਕਾਫੀ ਸਾਰੇ ਉਹਦੇ ਵਿੱਚ ਡੀਟੇਲਸ ਆ, ਜਾਣੀ ਮੋਟੇ ਰੂਪ ਦੇ ਵਿੱਚ 2 ਗੱਲਾਂ ਜਿਹੜੀਆਂ ਇਹ ਸਮਝ ਆ ਰਹੀਆਂ ਵੀ ਜਾਂ ਤੇ ਵੈਕਸੀਨੇਟਡ ਹੋਣੇ ਚਾਹੀਦੇ ਵਿਅਕਤੀ ਤੇ ਜਾਂ ਫਿਰ ਉਹਨਾਂ ਕੋਲ ਨੈਗੇਟਿਵ ਟੈਸਟ ਹੋਣਾ ਚਾਹੀਦਾ ਤੇ ਘਰੇ ਜਾ ਕੇ ਫਿਰ ਜਿਹੜਾ 7 ਦਿਨ ਦਾ ਕੁਆਰੰਟੀਨ ਸੀਗਾ ਜਾਣੀ ਉਹ 14 ਫਰਵਰੀ ਤੋਂ ਨਹੀਂ ਕਰਨਾ ਪਊਗਾ। ਮੋਟੇ ਰੂਪ 'ਚ ਇਹ ਗੱਲਾਂ, ਬਾਕੀ ਟੈਕਨੀਕਲੀ ਉਹਦੇ ਵਿੱਚ ਡੀਟੇਲਸ ਕਾਫੀ ਹੈਗੇ ਆ ਵੀ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਫੁੱਲੀ ਜਾਣੀ ਪ੍ਰਪੇਅਰਡ ਹੋ ਕੇ ਜਿਹੜੇ ਲੋਕ ਬੈਠਣਗੇ ਪਲੇਨ ਦੇ ਵਿੱਚ ਉਹਨਾਂ ਦਾ ਘੱਟ ਸਮਾਂ ਏਅਰਪੋਰਟਾਂ ਤੇ ਲੱਗੂਗਾ ਤੇ ਜਿਹੜੇ ਲੋਕ ਉੱਦਾਂ ਜਾਣੀ ਟਿਕਟ ਲੈ ਕੇ ਖਾਲੀ ਹੱਥ ਜਾਣਗੇ, ਬਾਹਲਾ ਨਹੀਂ ਪ੍ਰਪੇਅਰ ਹੋਣਗੇ ਟੈਕਨੀਕਲੀ ਜੋ ਚੀਜ਼ਾਂ ਉਹਦੇ ਵਿੱਚ ਮੰਗੀਆਂ ਗਈਆਂ ਉਹਨਾਂ ਦਾ ਫਿਰ ਟਾਈਮ ਜਿਹੜਾ ਹਵਾਈ ਅੱਡਿਆਂ ਤੇ ਜੀ ਵੱਧ ਖਰਾਬ ਹੋ ਸਕਦਾ, ਬਸ ਇਹਨਾਂ ਖਿਆਲ ਤੇ। ਔਰ ਇਹਦਾ ਮਤਲਬ ਜੌਲ ਸਾਹਿਬ ਇਹ ਹੈ ਕਿ ਹੌਲੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਖੁੱਲ੍ਹ ਸ਼ੁਰੂ ਹੋ ਚੁੱਕੀ ਹੈ ਜੀ, ਜਿੱਥੇ ਸਾਡੇ ਲੋਕਲ ਦੇ ਵਿੱਚ ਕਾਫੀ ਪ੍ਰੋਵਿੰਸਾਂ ਨੇ ਆਪਣੇ ਹਦਾਇਤਾਂ ਥੋੜ੍ਹੀ ਖੋਲ੍ਹੀਆਂ ਨੇ। ਇੱਥੇ ਓਨਟਾਰੀਓ ਦੇ ਵੀ ਹੁਣ ਆਸ ਹੈ ਕਿ ਇਹ ਵੀ ਖੋਲ੍ਹੇ ਜਾਣ। ਓਨਟਾਰੀਓ ਤੋਂ ਪਰ ਜੋ ਹੈਲਥ ਮਿਨਿਸਟਰੀ ਤੋਂ ਹਜੇ ਵੀ ਗੱਲ ਕੱਚੀ ਪੱਕੀ ਹੈ ਨਾ, ਉਹ ਜਾਣੀ ਆਪਣਾ ਅਧਿਰ ਕਰ ਰਹੇ ਨੇ ਵੀ ਜਿਸ ਤਰੀਕੇ ਨਾਲ ਅਸੀਂ ਹੁਣ ਤੱਕ ਚੱਲ ਰਹੇ ਹਾਂ 21 ਫਰਵਰੀ ਨੂੰ ਥੋੜ੍ਹਾ ਢਿੱਲ ਦਿਆਂਗੇ, ਉਹ ਤੋਂ ਬਾਅਦ ਫਿਰ ਮਾਰਚ ਵਿੱਚ ਜਾ ਕੇ ਜਾਣੀ ਸਾਰੀ ਕੋਈ ਸਿਚੁਏਸ਼ਨ ਆ ਉਹ ਨੋਰਮਲ ਹੋ ਜਾਣ ਦੀ ਸੰਭਾਵਨਾ ਹੈ। ਸੋ ਲੇਕਿਨ ਕਿ ਇਹ ਹੈ ਜੀ ਬਾਕੀ ਦੀਆਂ ਪ੍ਰੋਵਿੰਸਿਸ ਥੋੜ੍ਹੀਆਂ ਐਡਵਾਂਸ ਚੱਲ ਰਹੀਆਂ, ਪਰ BC ਤੋਂ ਤੇ ਇੱਥੋਂ ਓਨਟਾਰੀਓ ਤੋਂ ਇੰਡੀਕੇਸ਼ਨ ਇੱਦਾਂ ਦੀ ਆ ਵੀ ਹਾਲੇ ਉਹ ਬਹੁਤ ਹੀ ਕਾਹਲੀ ਕਰਨ ਦੇ ਰੌਂ ਦੇ ਵਿੱਚ ਨਹੀਂ ਹੈਗੇ ਜੀ। ਜੌਲ ਸਾਹਿਬ ਪਟੀਸ਼ਨ ਕਾਫੀ ਵੱਡੀ ਤਾਦਾਦ ਦੇ ਵਿੱਚ ਮੈਂ ਦੇਖ ਰਿਹਾ ਸੀ ਆਨਲਾਈਨ, ਵੱਡੀ ਤਾਦਾਦ ਦੇ ਵਿੱਚ ਅੰਮ੍ਰਿਤਸਰ ਤੋਂ ਟੋਰਾਂਟੋ ਵਾਲੀਆਂ ਫਲਾਈਟਾਂ ਇਸ ਵੇਲੇ ਮੰਗ ਕਾਫੀ ਹਾਈ ਹੈ ਐਂਡ ਕੈਨੇਡਾ ਗਵਰਨਮੈਂਟ ਰਿਫਿਊਜ਼ ਨਹੀਂ ਕਰ ਰਹੀ, ਕਹਿੰਦੀ ਕਿ ਤੁਸੀਂ ਲਿਆਓ ਜੀ, ਅਸੀਂ ਤੇ ਤੁਸੀਂ ਪਟੀਸ਼ਨਸ ਲਿਆਓਗੇ ਉਸ ਮਾਰਕ ਨੂੰ ਮੀਟ ਕਰੋਗੇ ਤੇ ਵਾਈ ਨਾਟ। ਅਰਸ਼ ਇਸ ਤਰ੍ਹਾਂ ਵੀ ਇਹ ਜਿਹੜੀ
ਆਪਣੇ ਕੋਲ ਮਾਈਕ ਆ ਨਾ ਵੀ ਅਸੀਂ ਭੈਣ ਭਰਾਵਾਂ ਨਾਲ ਗੱਲ ਕਰ ਸਕਦੇ ਹਾਂ, ਉਹਨਾਂ ਨਾਲ ਸਾਂਝ ਪਾ ਸਕਦੇ ਹਾਂ, ਉਹਨਾਂ ਨੂੰ ਇਨਫੋਰਮੇਸ਼ਨ ਦੇ ਸਕਦੇ ਹਾਂ। ਤੇ ਉਹਦੇ ਵਿੱਚ ਇਹ ਵੀ ਨਹੀਂ ਗਾ ਮਤਲਬ ਕਿ ਜੇ ਕੋਈ ਭੈਣ ਭਰਾ ਸਾਨੂੰ ਕੋਈ ਸਲਾਹ ਦੇਵੇ ਤੇ ਅਸੀਂ ਆਪਣੇ ਮੂੰਹੋਂ ਜੋ ਨਿਕਲ ਗਿਆ ਵੀ ਇੰਨੇ ਜ਼ਿਆਦਾ ਅੜ ਜਾਣਾ, ਹਠੀ ਹੋ ਜਾਣਾ ਵੀ ਉਹਦੇ ਵਿੱਚ ਕੋਈ ਫੇਰ ਬਦਲ ਦੀ ਸੰਭਾਵਨਾ ਨਹੀਂ ਵੀ ਅਸੀਂ ਆਪਣੀ ਗੱਲ ਨੂੰ ਲੈ ਕੇ ਅੜੇ ਹੀ ਰਹਿਣਾ। ਸੋ ਲੇਕਿਨ ਕਿ ਜਿਹੜੀ ਜੀਵਨ ਦੇ ਵਿੱਚ ਆਪਾਂ ਸਮਝਦੇ ਹਾਂ ਵੀ ਹਰ ਰਿਸ਼ਤਾ ਹਨਾ ਉਹ ਖੜਾ ਆ ਫਲੈਕਸੀਬਿਲਿਟੀ ਤੇ ਲਚਕਤਾ ਤੇ, ਰਾਈਟ ਹਨਾ ਵੀ ਤੁਸੀਂ ਆਪਣੇ ਸੁਭਾਅ ਦੇ ਵਿੱਚ ਕਿੰਨੇ ਕੁ ਅੜੀਓ ਲਓ। ਹਰ ਰਿਸ਼ਤਾ ਟੁੱਟਣ ਦਾ ਕਾਰਨ ਕਿਤੇ ਨਾ ਕਿਤੇ ਅੜੀ, ਜ਼ਿੱਦ ਤੇ ਹੰਕਾਰ ਹੋਇਆ ਕਰਦਾ, ਇਹ ਕੋਈ ਮੰਨੇ ਤੇ ਭਾਵੇਂ ਨਾ ਜੀ। ਹੁਣ ਗੱਲ ਇਹ ਆ ਜੀ ਵੀ ਆਪਾਂ ਪਹਿਲੇ ਦਿਨ ਤੋਂ ਭੈਣ ਭਰਾਵਾਂ ਨੂੰ ਇਹ ਦੱਸਦੇ ਆ ਰਹੇ ਹਾਂ ਕਿਉਂਕਿ ਇਸ ਇਸ਼ੂ ਤੇ ਕਿੰਨੇ ਸਾਲਾਂ ਤੋਂ ਅਸੀਂ ਵੀ ਕੰਮ ਕੀਤਾ ਵੀ ਅੰਮ੍ਰਿਤਸਰ ਤੋਂ ਟੋਰਾਂਟੋ ਸਿੱਧੀ ਜਿਹੜੀ ਫਲਾਈਟ ਆ ਇਹਦੇ ਬਾਰੇ 100% ਆਪਾਂ ਦਰੁਸਤ ਸਟੈਂਡ ਲੈ ਕੇ ਇਹ ਦੱਸਦੇ ਰਹੇ ਹਾਂ ਵੀ ਇਹ ਸਿਰਫ ਤੇ ਸਿਰਫ ਕੈਨੇਡਾ ਦੀ ਜੇ ਕਿਸੇ ਹਵਾਈ ਕੰਪਨੀ ਨੇ ਸ਼ੁਰੂ ਕਰਨੀ ਆ ਤੇ ਉਹਦਾ ਫੈਸਲਾ ਹਵਾਈ ਕੰਪਨੀ ਨੇ ਕਰਨਾ, ਨਾ ਕਿ ਕੈਨੇਡਾ ਦੇ ਕਿਸੇ ਸੰਸਦ ਮੈਂਬਰ ਨੇ, ਸੰਸਦ ਨੇ ਜਾਂ ਮੰਤਰੀ ਨੇ। ਰਾਈਟ ਜੀ। ਕੋਈ ਵੀ ਏਅਰਲਾਈਨ ਜਿਨ੍ਹਾਂ ਦੇ ਕੋਲ ਆਪਣੇ ਮਾਰਕੀਟਿੰਗ ਟੂਲਸ ਹੈਗੇ ਆ ਬੜੇ ਦਮਦਾਰ, ਉਹ ਖੁਦ ਪਤਾ ਕਰ ਸਕਦੇ ਆ ਵੀ ਕਿਹੜੇ ਰੂਟ ਤੇ ਉਹਨਾਂ ਨੂੰ ਫਾਇਦਾ ਹੋਣਾ, ਕਿਹੜੇ ਰੂਟ ਤੇ ਉਹਨਾਂ ਨੂੰ ਨੁਕਸਾਨ ਹੋ ਸਕਦਾ, ਵੀ ਕਿਹੜਾ ਰੂਟ ਉਹਨਾਂ ਨੇ ਸ਼ੁਰੂ ਕਰਨਾ। ਹਰ ਬਿਜ਼ਨਸ ਫਾਇਦੇ ਵਾਸਤੇ ਆ। ਜੀ। ਹੁਣ ਪਈ ਅੰਮ੍ਰਿਤਸਰ ਦੀਆਂ ਫਲਾਈਟਾਂ ਆਪਾਂ ਦੱਸਦੇ ਆ ਰਹੇ ਹਾਂ ਵੀ ਬਿਜ਼ਨਸ ਕਲਾਸ ਖਾਲੀ ਉੱਡਦੀ ਸੀ। ਇਸ ਗੱਲ ਤੇ ਮੋਹਰ ਹੁਣ ਕੈਨੇਡਾ ਦੇ ਸੰਸਦ ਮੈਂਬਰ ਲਾਉਣ ਲੱਗ ਪਏ, ਜਿਹੜੇ ਆਪਾਂ ਕਈ ਮਹੀਨਿਆਂ ਤੋਂ ਅੱਗੇ ਦੱਸਦੇ ਆ ਰਹੇ ਭੈਣ ਭਰਾਵਾਂ ਨੂੰ ਵੀ ਹਾਂਜੀ ਏਅਰ ਕੈਨੇਡਾ ਨਾਲ ਉਹਨਾਂ ਦੀਆਂ ਜਦੋਂ ਮੀਟਿੰਗਾਂ ਹੁੰਦੀਆਂ ਉਹ ਦੱਸਦੇ ਆ ਵੀ ਬਿਜ਼ਨਸ ਕਲਾਸ ਖਾਲੀ ਸੀਗੀ, ਇਕੋਨਮੀ ਭਰੀ ਹੁੰਦੀ ਸੀ। ਆਪਾਂ ਨੂੰ ਲੱਗਦਾ ਸੀ ਵੀ ਪਲੇਨ ਭਰੇ ਜਾ ਰਹੇ ਆ ਤੇ ਬਿਜ਼ਨਸ ਕਲਾਸ ਦੇ ਆਪਾਂ ਦਰਸ਼ਨ ਜਾ ਕੇ ਨਹੀਂ ਸੀ ਕਰਦੇ ਵੀ ਉੱਥੇ ਕੀ ਹਾਲ ਆ। ਦੂਸਰਾ ਇਹ ਆ ਵੀ ਕੈਨੇਡੀਅਨ ਸੰਸਦ ਮੈਂਬਰ ਹੁਣ ਇਸ ਗੱਲ ਤੇ ਵੀ ਮੋਹਰ ਲਾਉਣ ਲੱਗ ਗਏ ਆ ਵੀ ਇਹ ਏਅਰ ਕੈਨੇਡਾ ਕਿਉਂਕਿ ਵੀ ਪ੍ਰਾਈਵੇਟ ਹਵਾਈ ਕੰਪਨੀ ਆ, ਸਰਕਾਰ ਦੀ ਥੋੜ੍ਹੋ ਆ, ਇਸ ਕਰਕੇ ਉਹਨਾਂ ਨੂੰ ਸਰਕਾਰ ਨੇ ਨਹੀਂ ਦੱਸਣਾ ਵੀ ਤੁਸੀਂ ਆਹ ਉਡਾਨ ਜਿਹੜੀ ਸ਼ੁਰੂ ਕਰ ਲਓ ਤੇ ਆਹ ਜਿਹੜੀ ਆ ਬੰਦ ਕਰ ਲਓ, ਆਹ ਜਿਹੜੀ ਅੱਜ ਘਾਟਾ ਪਈ ਜਾਂਦਾ ਫੇਰ ਵੀ ਲਈ ਚੱਲੋ ਤੇ ਆਹ ਜਿਹੜੀ ਅੱਜ ਭਾਵੇਂ ਤੁਹਾਨੂੰ ਵਾਧਾ ਹੀ ਹੁੰਦਾ ਪਰ ਇਹਨੂੰ ਬੰਦ ਕਰ ਦਿਓ। ਏਦਾਂ ਨਹੀਂ ਕਰ ਸਕਦੀ ਕੈਨੇਡੀਅਨ ਗਵਰਨਮੈਂਟ, ਇਸ ਕਰਕੇ ਸੰਸਦ ਦਾ ਉਹਦੇ ਵਿੱਚ ਸਿੱਧਾ ਰੋਲ ਕੋਈ ਨਹੀਂ ਹੈ। ਸੋ ਤਦ ਕਰਕੇ ਕਹਿਣ ਦਾ ਮਤਲਬ ਇਹ ਆ ਵੀ ਇਹ ਹੁਣ ਕੈਨੇਡੀਅਨ ਸੰਸਦ ਮੈਂਬਰ ਵੀ ਆਪਾਂ ਜੋ ਪ੍ਰੋਗਰਾਮਾਂ ਦੇ ਵਿੱਚ ਗੱਲ ਕਹਿੰਦੇ ਆ ਰਹੇ ਹਾਂ ਵੀ ਸਿਰਫ ਤੇ ਸਿਰਫ ਹਵਾਈ ਕੰਪਨੀ ਨੇ ਇਹ ਡਿਸਾਈਡ ਕਰਨਾ ਵੀ ਉਹ ਕਿਹੜੇ ਰੂਟ ਤੇ ਜਾਣਗੇ। ਸੋ ਇਸ ਕਰਕੇ ਹਵਾਈ ਕੰਪਨੀ ਜੇ ਆਪਣੇ ਆਪ ਅੰਮ੍ਰਿਤਸਰ ਵਾਸਤੇ ਨਹੀਂ ਵੀ ਇੰਟਰਸਟ ਲੈ ਰਹੀ ਏਅਰ ਕੈਨੇਡਾ, ਉਹਨਾਂ ਨੂੰ ਸਮਝਾਇਆ ਜਾ ਸਕਦਾ ਕੋਈ ਪ੍ਰੈਜੈਂਟੇਸ਼ਨ ਦੇ ਕੇ ਵੀ ਆਹ ਦੇਖੋ ਜੀ ਕਿੰਨਾ ਫਾਇਦੇਮੰਦ ਰੂਟ ਹੈ, ਤੁਸੀਂ ਇਗਨੋਰ ਕਰਕੇ ਬੈਠੇ ਹੋ। ਵੈਸੇ ਜੇ ਉਹਨਾਂ ਪਹਿਲਾਂ ਸ਼ੁਰੂ ਕਰਕੇ ਦੇਖ ਲਿਆ ਹੋਇਆ, ਇਹ ਸਾਰੇ ਤਜਰਬੇ ਕੀਤੇ ਹੋਏ ਆ ਤੇ ਆਪਾਂ ਦੇਖਿਆ ਵੀ ਜਾਣੀ ਇਹ ਫਲਾਈਟਾਂ ਬੰਦ ਹੋਈਆਂ। ਸੋ ਕਾਰਨ ਉਹਦਾ ਤੇ ਇਹੀ ਸੀਗਾ ਵੀ ਉਹਨਾਂ ਨੂੰ ਘਾਟਾ ਪੈ ਰਿਹਾ ਸੀ। ਪਰ ਇਹ ਗੱਲ ਹੁਣ ਆਪਾਂ ਆਪਣੇ ਕਿਸੇ ਬਾਇਸ਼ ਕਰਕੇ ਜੇ ਮੰਨਣ ਨੂੰ ਨਹੀਂ ਤਿਆਰ ਤੇ ਗੱਲ ਵੱਖਰੀ ਆ। ਪਰ ਹੁਣ ਕੈਨੇਡੀਅਨ ਸੰਸਦ ਮੈਂਬਰ ਵੀ ਇਹ ਦੱਸ ਰਹੇ ਆ ਵੀ ਉਡਾਨਾਂ ਬੰਦ ਹੋਣ ਦਾ ਕਾਰਨ ਏਅਰ ਕੈਨੇਡਾ ਦਾ ਇਹੀ ਸੀਗਾ ਕਿਉਂਕਿ ਉਹਨਾਂ ਨੂੰ ਘਾਟਾ ਪੈ ਰਿਹਾ ਸੀ, ਬਿਜ਼ਨਸ ਕਲਾਸ ਖਾਲੀ ਸੀ। ਪਰ ਹੁਣ ਬਦਲੇ ਹੋਏ ਹਾਲਾਤਾਂ ਦੇ ਵਿੱਚ ਸਾਡੀ ਕਮਿਊਨਿਟੀ ਜਿਹੜੀ ਕਾਫੀ ਐਡਵਾਂਸ ਹੋ ਚੁੱਕੀ ਆ ਵੀ ਹੋ ਸਕਦਾ ਬਿਜ਼ਨਸ ਕਲਾਸ ਦੇ ਵਿੱਚ ਨਾ ਉਹਨਾਂ ਘਾਟਾ ਹਵਾਈ ਕੰਪਨੀ ਨੂੰ ਪਵੇ ਜੇ ਕੋਈ ਨਵੀਂ ਫਲਾਈਟ ਤਜਰਬੇ ਦੇ ਤੌਰ ਤੇ ਵੀ ਸ਼ੁਰੂ ਕਰਕੇ ਦੇਖ ਲਈ ਜਾਵੇ ਤਾਂ। ਸੋ ਤਦ ਕਰਕੇ ਆਪਾਂ ਇਹ ਪਹਿਲੇ ਦਿਨ ਤੋਂ ਕਹਿ ਰਹੇ ਹਾਂ, ਜੋ ਕਿ ਬਿਲਕੁਲ 100% ਕਰੈਕਟ ਸਟੈਂਡ ਆ ਵੀ ਸਾਨੂੰ ਕੋਈ ਵਲ ਪਾ ਕੇ ਆਪਣੀ ਐਨਰਜੀ ਵੇਸਟ ਕਰਨ ਦੀ ਲੋੜ ਨਹੀਂ। ਜੇ ਅੰਮ੍ਰਿਤਸਰ ਟੋਰਾਂਟੋ ਆਪਾਂ ਸਿੱਧੀ ਫਲਾਈਟ ਚਾਹੁੰਦੇ ਹਾਂ, ਸਭ ਤੋਂ ਪਹਿਲਾਂ ਉਹਦੇ ਵਾਸਤੇ ਕੋਈ ਏਅਰਲਾਈਨ ਮੋਟੀਵੇਟ ਕਰਨ ਦੀ ਲੋੜ ਹੈ। ਸੋ ਆਪਣੀ 100% ਐਨਰਜੀ ਆ ਜਿਹੜੀ ਉਧਰ ਲਾਉਣ ਦੀ ਲੋੜ ਹੈ ਵੀ ਏਅਰਲਾਈਨ ਕੋਈ ਕਾਇਲ ਹੋ ਜਾਵੇ ਵੀ ਅਸੀਂ ਇਸ ਰੂਟ ਤੇ ਜਾਵਾਂਗੇ, ਇਹ ਰੂਟ ਸਾਡੇ ਵਾਸਤੇ ਫਾਇਦੇਮੰਦ ਹੈ। ਤੇ ਜਦੋਂ ਉਹ ਇਹ ਚਾਹਣਗੇ ਤੇ ਕੈਨੇਡੀਅਨ ਗਵਰਨਮੈਂਟ ਨੇ ਪਹਿਲਾਂ ਵੀ ਕਦੀ ਪਰਮਿਸ਼ਨ ਦੇਣ ਤੋਂ ਨਾ ਨਹੀਂ ਕੀਤੀ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਨਾ ਨਹੀਂ ਕਰਨਗੇ। ਇਸ ਕਰਕੇ ਕੈਨੇਡਾ ਦਾ ਟਰਾਂਸਪੋਰਟੇਸ਼ਨ ਮਿਨਿਸਟਰੀ ਤਾਂ ਤਿਆਰ ਬੈਠੇ ਆ ਵੀ ਕੋਈ ਬਿਜ਼ਨਸ ਵਧੇ ਫੁੱਲੇ, ਉਹ ਆਪਣੇ ਰੂਟ ਵਧਾਉਣ, ਕਿ ਉਹ ਨਾ ਕਿਉਂ ਕਰਨਗੇ। ਸੋ ਤਦ ਕਰਕੇ ਇਹ ਆ ਵੀ ਇਹ ਕੈਨੇਡਾ ਦੀ ਸਰਕਾਰ ਦੇ ਕਰਨ ਵਾਲਾ ਕੰਮ ਨਹੀਂਗਾ ਵੀ ਟੋਰਾਂਟੋ ਅੰਮ੍ਰਿਤਸਰ ਸਿੱਧੀ ਫਲਾਈਟ ਕਦੋਂ ਸ਼ੁਰੂ ਹੋਣੀ ਆ, ਖਾਸ ਤੌਰ ਤੇ ਕੈਨੇਡਾ ਤੋਂ। ਇਹ ਕੈਨੇਡੀਅਨ ਕੋਈ ਹਵਾਈ ਕੰਪਨੀ ਜਿੰਨਾ ਚਿਰ ਤਿਆਰ ਨਹੀਂ ਹੁੰਦੀ ਉਹਨਾਂ ਚਿਰ ਇਹ ਲੱਗਦਾ ਵੀ ਫਲਾਈਟ ਜਿਹੜੀ ਸ਼ੁਰੂ ਨਹੀਂ ਹੋ ਸਕਦੀ। ਇਸ ਕਰਕੇ ਜਿੰਨੇ ਵੀ ਸਾਡੀ ਕਮਿਊਨਿਟੀ ਆ ਉਹਨਾਂ ਦੀ ਕੋਈ ਅਸੀਂ ਵਲ ਪਾ ਕੇ ਐਨਰਜੀ ਵੇਸਟ ਨਾ ਕਰਨ ਦੇ ਸੁਝਾਅ ਕਰਕੇ ਕਹਿ ਰਹੇ ਸੀ ਵੀ ਇਹ ਕੰਮ ਸਿੱਧਾ ਹਵਾਈ ਕੰਪਨੀ ਨੂੰ ਆਪਾਂ ਫੀਡਬੈਕ ਦੇਣੀ ਆ, ਜਿਸ ਵੀ ਤਰੀਕੇ ਨਾਲ ਦਿੱਤੀ ਜਾ ਸਕਦੀ ਆ। ਰਾਜਨੀਤਿਕਾਂ ਦੇ ਕਰਨ ਵਾਲਾ ਇਹ ਕੰਮ ਨਹੀਂਗਾ। ਉਹਨਾਂ ਦੇ ਦਿਮਾਗਾਂ ਵਿੱਚ ਰੋਸ਼ਨੀ ਹੈਗੀ ਆ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ, ਚਲੋ ਉਹ ਵੀ ਆਪਣਾ ਕੰਮ ਕਰਦੇ ਹੀ ਹੋਣਗੇ, ਪਰ ਢਿੱਲ ਮੱਠ ਪ੍ਰਤੀ ਉਹਨਾਂ ਨੂੰ ਸੁਝਾਅ ਦਿੱਤੇ ਜਾ ਸਕਦੇ ਆ। ਪਰ ਜੇ ਹੁਣ ਅਸੀਂ ਕਹੀਏ ਵੀ ਸੰਸਦ ਇਹ ਕੰਮ ਕਰਾ ਦੂ
ਮਤਲਬ ਸਰਕਾਰ ਨੇ ਕੋਈ ਇਹ ਫੈਸਲਾ ਨਹੀਂ ਲੈਣਾ, ਹਵਾਈ ਕੰਪਨੀ ਨੇ ਲੈਣਾ। ਸੋ ਸਾਡਾ ਭਾਈਚਾਰੇ ਦਾ ਵੀ ਇਹ ਫਰਜ਼ ਬਣਦਾ ਵੀ ਅਸੀਂ ਰਲ ਮਿਲ ਕੇ ਆਪਣੀ એનર્ਜੀ 100% ਉਧਰ ਲਾਈਏ ਜਿੱਥੋਂ ਇਹ ਮਸਲਾ ਸਭ ਤੋਂ ਸੌਖੇ ਤਰੀਕੇ ਨਾਲ ਹੱਲ ਹੋ ਸਕਦਾ। ਤੇ ਉਹ ਹੈਗੀ ਆ ਵੀ ਹਵਾਈ ਕੰਪਨੀ ਨੂੰ ਦੱਸਣਾ ਵੀ ਇਸ ਰੂਟ ਤੇ ਸ਼ੁਰੂ ਕਰੋ, ਤੁਹਾਨੂੰ ਫਾਇਦਾ ਹੋ ਸਕਦਾ। ਹਵਾਈ ਕੰਪਨੀ ਅੱਗੇ 200 ਦੇਸ਼ਾਂ ਨੂੰ ਜਾਂਦੇ ਆ ਤੇ ਉਹਨਾਂ ਨੂੰ ਕਿਹੜਾ ਪਤਾ ਨਹੀਂਗਾ ਵੀ ਸਾਡੇ ਲਈ ਰੂਟ ਫਾਇਦੇਮੰਦ ਕਿਹੜਾ ਤੇ ਨੁਕਸਾਨ ਕਿਹੜਾ ਕਰਦਾ, ਹਨਾ। ਕੋਈ ਰੂਟ ਉਹ ਫਾਇਦੇਮੰਦ ਹੋਵੇ ਤੇ ਉਹਨੂੰ ਆਪੇ ਹੀ ਥੋੜਾ ਛੱਡ ਕੇ ਬਹਿ ਜਾਣਗੇ। ਇਸ ਕਰਕੇ ਉਹਨਾਂ ਨੂੰ ਮੋਟੀਵੇਟ ਕਰਨ ਦੀ ਲੋੜ ਹੈ, ਉਸ ਰੂਟ ਨੂੰ ਸਮਝਾਉਣ ਦੀ ਲੋੜ ਆ ਵੀ ਏਦਾਂ ਕਰਕੇ ਇਹ ਫਾਇਦੇਮੰਦ ਤੁਹਾਡੇ ਲਈ ਹੋ ਸਕਦਾ ਤਾਂ ਕਿ ਤਜਰਬਾ ਸਫਲ ਹੋਵੇ। ਜੌਲ ਸਾਹਿਬ, ਅਗਲੀ ਖਬਰ ਅਸੀਂ ਵਧਦੇ ਹਾਂ ਜੀ, ਜੋ ਸਾਰਿਆਂ ਨੂੰ ਪਤਾ ਹੀ ਹੈ ਕਿ ਔਨ ਗੋਇੰਗ ਜੋ ਡੈਮੋਸਟ੍ਰੇਸ਼ਨ ਹੋ ਰਿਹਾ ਜੀ ਥਾਂ ਕਾਫੀ ਬਾਰਡਰਾਂ 'ਤੇ, ਐਂਡ ਜਿਸ ਦੇ ਵਿੱਚ ਕਾਫੀ ਸਾਡੇ ਬਾਇਰਸ ਵੀ ਸਟੱਕ ਨੇ। ਜੌਲ ਸਾਹਿਬ, ਇੱਕ ਕਲੋਜ਼ਿੰਗ ਹੋਣੀ ਸੀ ਅੱਜ, ਵਿਚਾਰੇ ਉਹ ਵੀ ਸਟੱਕ ਨੇ। ਉਹ ਵੀ ਚਲੋ ਇੱਥੋਂ ਦੇ ਜਿਹੜੇ ਲਾਇਰਸ ਨੇ ਉਹ ਕਾਫੀ ਸਮਝਦਾਰ ਹੈ, ਸੈਲਰਸ ਵੀ ਸਮਝਦਾਰ ਨੇ ਕਿ ਜਿਹੜੇ ਸਾਡੇ ਕਈਆਂ ਦੀ ਕਲੋਜ਼ਿੰਗਸ ਹੋਣੀਆਂ ਸੀ, ਕਈਆਂ ਨੇ ਆਪਣੇ ਡਿਪੋਜ਼ਿਟ ਚੈੱਕਸ ਦੇਣੇ ਸੀ, ਉਹ ਹਾਲੇ ਬਹੁਤ ਗੰਦੇ ਅਤੇ ਬੁਰੀ ਤਰ੍ਹਾਂ ਦੇ ਨਾਲ ਫਸੇ ਹੋਏ ਨੇ ਜੀ ਇਸ ਨਾਈਟਮੇਅਰ ਦੇ ਵਿੱਚ। ਯੈਸ, ਬਿਲਕੁਲ। ਅੱਛੇ ਦੇਖੋ ਵੀ ਪਿਛਲੇ ਦਿਨਾਂ ਤੋਂ ਵੱਡੀਆਂ ਰੁਕਾਵਟਾਂ ਨੇ ਇਹ ਡੈਮੋਸਟ੍ਰੇਸ਼ਨ ਜਿਹੜੇ ਆ ਵੀ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਪਹੁੰਚੇ ਹੋਏ ਨੇ, ਖਾਸ ਤੌਰ ਤੇ ਇੱਥੇ ਓਨਟਾਰੀਓ ਦੇ ਵਿੱਚ, ਜਿਹਨੂੰ ਕਿ ਇਕਨੋਮਿਕ ਇੰਜਨ ਕੈਨੇਡਾ ਦਾ ਸਮਝਿਆ ਜਾਂਦਾ। ਤੇ ਇਹਦੇ ਲਈ ਹੁਣ ਜਿਹੜੇ ਜੀ ਮੇਅਰਜ਼, ਪ੍ਰੀਮੀਅਰ, ਫੈਡਰਲ ਗਵਰਨਮੈਂਟ, ਇਹਨਾਂ ਦੇ ਵਿੱਚ ਜੇ ਪ੍ਰੋਪਰ ਕੋਆਰਡੀਨੇਸ਼ਨ ਹੋਵੇ ਫਿਰ ਜਿਹੜਾ ਵਰਕਆਊਟ ਕਰਨਾ ਸ਼ਾਇਦ ਸੌਖਾ ਹੋਵੇ। ਪਰ ਇਹ ਕਈ ਜਿਹੜੇ ਮਤਲਬ ਬਾਰਡਰਿੰਗ ਸਿਟੀਜ਼ ਦੇ ਮੇਅਰਸ ਹੈਗੇ ਆ ਵੀ ਉਹ ਥੋੜ੍ਹਾ ਜਿਹਾ ਇਹ ਵੀ ਆ ਵੀ ਪ੍ਰੋਵਿੰਸ਼ੀਅਲ ਗਵਰਨਮੈਂਟ ਜਿਹੜੀ ਅੱਜ ਵੀ ਬਹੁਤੀ ਸਖਤੀ ਕਰਨ ਦੇ ਰੌਂਅ ਦੇ ਵਿੱਚ ਨਹੀਂ ਹੈ, ਕਿਉਂਕਿ ਇਲੈਕਸ਼ਨ ਅੱਗੇ ਆ ਰਹੀ ਆ। ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਜਸਟਿਨ ਟਰੂਡੋ ਉਹਨਾਂ ਨੂੰ ਕਾਫੀ ਜਿਹੜਾ ਡੈਮੋਸਟ੍ਰੇਸ਼ਨ ਸੀਗੇ ਜੀ ਵੀ ਉਹਨਾਂ ਨੇ ਵਾਣੀ ਜੇ ਪਾ ਕੇ ਰੱਖਿਆ ਸੀਗਾ ਚੋਣ ਕੰਪੇਨ ਦੇ ਦੌਰਾਨ, ਉਹਦਾ ਹੀ ਲੱਗ ਰਿਹਾ ਵੀ ਇਹ ਜਿਹੜੀ ਇਲੈਕਸ਼ਨ ਕੰਪੇਨ ਆ ਰਹੀ ਹੈ ਇਹਦੇ ਤੇ ਵੀ ਅੱਖ ਹੋਊਗੀ ਸ਼ਾਇਦ ਵੀ ਇੰਨਾ ਸੌਖਾ ਜਿਹੜਾ ਉਸ ਕੰਪੇਨ ਦੇ ਵਿੱਚ ਕੈਂਡੀਡੇਟਸ ਦਾ ਪ੍ਰਚਾਰ ਕਰਨਾ ਨਾ ਰਵੇ ਜਿੰਨਾ ਕਿ ਪਹਿਲੀਆਂ ਇਲੈਕਸ਼ਨ ਦੇ ਵਿੱਚ ਰਿਹਾ ਸੀਗਾ। ਸੋ ਲੱਗ ਰਿਹਾ ਵੀ ਜਗ੍ਹਾ ਜਗ੍ਹਾ ਤੇ ਡੈਮੋਸਟ੍ਰੇਸ਼ਨ ਜਿਹੜੇ ਆ ਡਗਫੋਰਡ ਉਹਨਾਂ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ ਉਸ ਕੰਪੇਨ ਦੇ ਵਿੱਚ, ਜੇ ਹੁਣ ਇਸ ਮੌਕੇ ਤੇ ਉਹ ਜ਼ਿਆਦਾ ਕੋਈ ਤਿੱਖੇ ਤੇਵਰ ਖਾਸ ਤੌਰ ਤੇ ਦਿਖਾਉਣਗੇ ਤਾਂ। ਸੋ ਲੱਗ ਰਿਹਾ ਜੀ ਇਹਦੇ ਵਿੱਚ ਪੋਲੀਟਿਕਸ ਪਲੇ ਕਰ ਰਹੀ ਹੈ, ਜਿਸ ਕਰਕੇ ਵੀ ਇਹ ਸਭ ਕੁਝ ਲਿੰਗਰ ਔਨ ਹੋ ਰਿਹਾ। ਤੇ ਕੁੱਲ ਮਿਲਾ ਕੇ ਜਾਣੀ ਵੀ ਆਪਾਂ ਕੱਲ ਰਾਤੀ ਵੀ ਪਤਾ ਲੱਗ ਰਿਹਾ ਸੀਗਾ ਵੀ ਥੋੜਾ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਅੰਬੈਸਡਰ ਬ੍ਰਿਜ ਆ ਜਿਹੜਾ ਬੰਦ ਚੱਲ ਰਿਹਾ ਤੇ ਜਿਹੜਾ ਇਹ ਬਲੂ ਵਾਟਰ ਬ੍ਰਿਜ ਆ ਸਾਰਨੀਆਂ ਦੇ ਵਿੱਚ, ਉੱਥੇ 8 ਘੰਟੇ ਲੋਕਾਂ ਨੂੰ, ਡਰਾਈਵਰਸ ਨੂੰ ਖਾਸ ਤੌਰ ਤੇ ਜਦੋਂ ਕੈਨੇਡਾ ਨੂੰ ਐਂਟਰ ਹੋਣਾ ਵੇਟ ਕਰਨਾ ਪੈਂਦਾ। ਹਾਈਵੇ 94 ਜਿਹੜਾ ਸਾਰਨੀਆਂ ਵਾਲੇ ਪਾਸੇ ਨੂੰ ਇੱਧਰੋਂ ਕੈਨੇਡਾ ਵੱਲ ਨੂੰ ਆਉਂਦਾ ਵੀ ਉਹਦੇ ਤੇ ਸਟੱਕ ਜਿਹੜੇ ਵੀ ਟਰੱਕਰਸ ਆ ਵੀ ਉਹਨਾਂ ਦਾ ਬੁਰਾ ਹਾਲ ਹੈ ਇੰਨੇ ਘੰਟੇ। ਤੇ ਬਹੁਤ ਸਾਰੇ ਲੋਕਾਂ ਨੂੰ ਟਰੱਕਰਸ ਨੂੰ ਜਾਣੀ ਕਿ ਵਲ ਪਾ ਕੇ ਆਉਣਾ ਪੈ ਰਿਹਾ 200-250 ਕਿਲੋਮੀਟਰ ਵੱਖਰੇ ਤੌਰ ਤੇ, ਜਾਣੀ ਵਾਧੂ ਉਹਨਾਂ ਨੂੰ ਤੇਲ ਅੱਗੇ ਕਿੰਨਾ ਮਹਿੰਗਾ ਤੇ ਜਾਣੀ ਉਹ ਫੂਕਣਾ ਪੈਂਦਾ, ਸਮਾਂ ਉਹਨਾਂ ਦਾ ਵੱਧ ਲੱਗਦਾ। ਫਿਰ ਇਧਰ ਨਿਆਗਰਾ ਸਾਈਡ ਤੇ ਗਾਂ ਜਦੋਂ ਜਾਣੀ ਫੋਰਟ ਐਰੀ ਵਗੈਰਾ ਆ ਜਾਇਆ ਜਾਵੇ, ਉੱਥੇ ਵੀ ਕੱਲ ਸ਼ਾਮੀ ਜਾਣੀ 4-5 ਕਿਲੋਮੀਟਰ ਜਿਹੜੀ ਆਲਰੇਡੀ ਬੈਕਅਪ ਆ ਉਹ ਹੋ ਗਈ ਸੀ। ਸੋ ਉਸ ਲਿਹਾਜ਼ ਨਾਲ ਬਾਰਡਰਸ ਤੇ ਜੀ ਜਿੱਦਾਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਵੀ ਇਹ ਸਿਚੁਏਸ਼ਨ ਜਿਹੜੀ ਅਜੇ ਔਨ ਗੋਇੰਗ ਹੋਣ ਕਰਕੇ, ਰਿਜ਼ੋਲਵ ਨਾ ਹੋਈ ਹੋਣ ਕਰਕੇ ਤੇ ਕਾਫੀ ਸਾਰਾ ਜਿਹੜਾ ਡੇਲੀ ਬੇਸਿਸ ਤੇ ਇੱਥੇ ਓਨਟਾਰੀਓ ਦੇ ਵਿੱਚ ਇੰਡਸਟਰੀ ਨੂੰ ਖਾਸ ਤੌਰ ਤੇ ਆਊਟੋ ਇੰਡਸਟਰੀ ਨੂੰ ਜਿਹੜੇ ਪਾਰਟਸ ਚਾਹੀਦੇ ਆ ਉਹ ਨਹੀਂ ਮਿਲ ਰਹੇ, ਤੇ ਜਿਹਦੇ ਕਰਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਆਪਾਂ ਵੀ ਬਹੁਤ ਸਾਰੀਆਂ ਫੈਕਟਰੀਜ਼ ਸ਼ਾਇਦ ਫਿਰ ਆਪਣੇ ਜਿਹੜੀਆਂ ਸ਼ਿਫਟਾਂ ਕੈਂਸਲ ਕਰਨ ਲਈ ਮਜਬੂਰ ਹੋ ਜਾਣ। ਬਹੁਤ ਸਾਰੇ ਸਟੋਰਸ ਦੇ ਵਿੱਚ ਜਿਹੜਾ ਜੀ ਪੀ ਐਸੈਂਸ਼ੀਅਲ ਗੁੱਡਸ ਆ ਉਹਨਾਂ ਦਾ ਘਾਟਾ ਪੈਣਾ ਸ਼ੁਰੂ ਹੋ ਜਾਏ। ਸੋ ਇੱਦਾਂ ਦਾ ਜਿਹੜੇ ਸਿਚੁਏਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਊਗੀ ਜੇ ਇਹਨੂੰ ਤੁਰੰਤ ਰਿਜ਼ੋਲਵ ਹਾਲ ਦੀ ਘੜੀ ਨਹੀਂ ਕਰਨ ਦੇ ਪਾਸੇ ਦਿਲਚਸਪੀ ਜਾਂ ਕੋਆਰਡੀਨੇਸ਼ਨ ਜਿਹੜੀ ਗਵਰਨਮੈਂਟਸ ਦੇ ਵਿਚਕਾਰ ਨਹੀਂ ਬਣ ਪਾ ਰਹੀ ਜਿਹੜੀ। ਜੀ ਜੌਲ ਸਾਹਿਬ, ਇੱਕ ਆਪਾਂ ਕਾਲ ਲੈ ਲਈਏ, ਫਿਰ ਉਸ ਤੋਂ ਬਾਅਦ ਕੌਂਸਲ ਜਨਰਲ ਆਫ ਇੰਡੀਆ ਤੋਂ ਜੋ ਇੱਕ ਪ੍ਰੈਸ ਰਿਲੀਜ਼ ਹੋਇਆ ਜੀ ਜਿਸ ਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ ਇਸ ਨੂੰ ਜੋ ਕੈਂਪ ਦੇ ਵਿੱਚ ਜੋ ਕਿ ਨਾਨਕਸਰ ਗੁਰਦੁਆਰੇ ਦੇ ਵਿੱਚ ਹੋਣ ਜਾ ਰਿਹਾ ਜੀ 26 ਫੈਬ ਨੂੰ, ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ, ਪਰੰਤੂ ਇੱਕ ਕਾਲ ਲੈ ਲਈ ਫਟਾਫਟ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਅਰਸ਼ ਤੇ ਜੌਲ ਸਾਹਿਬ, ਸਤਿ ਸ਼੍ਰੀ ਅਕਾਲ। ਮੈਂ ਕਰਨਲ ਸੋਹੀ ਬੋਲ ਰਿਹਾ ਜੀ। ਸੋਹੀ ਸਾਹਿਬ, ਮੈਨੂੰ ਇਹ ਪਤਾ ਲੱਗਿਆ ਸੀ ਵੀ ਜਿਹੜੀ ਅੰਮ੍ਰਿਤਸਰ ਏਅਰਪੋਰਟ ਆ ਇਹਦੀ ਲੈਂਡਿੰਗ ਫੀਸ ਦੂਜੀ ਏਅਰਪੋਰਟਾਂ ਨਾਲੋਂ ਜ਼ਿਆਦਾ, ਇਸ ਕਰਕੇ ਕੋਈ ਏਅਰਲਾਈਨ ਜਾਂਦੀ ਨਹੀਂ ਉੱਧਰ ਨੂੰ। ਕੋਈ ਤਾਂ ਨਹੀਂ, ਕਾਫੀ ਫਲਾਈਟਾਂ ਜਾਂਦੀਆਂ ਨੇ ਜੀ ਸੋਹੀ ਸਾਹਿਬ, ਲੰਡਨ ਤੋਂ ਕਾਫੀ ਫਲਾਈਟਾਂ ਜਾਂਦੀਆਂ ਨੇ ਜੀ, ਕੋਈ ਤਾਂ ਨਹੀਂ ਕਹਿ ਸਕਦੇ ਬਟ ਅੱਛਾ ਚਲੋ ਜੀ, ਆਪਣੀਆਂ ਕੈਨੇਡਾ ਵਾਲੀਆਂ ਨਹੀਂ ਜਾਂਦੀਆਂ। ਹਾਂ ਏਦਾਂ ਕਿਉਂ ਫਿਰ? ਚਲੋ ਠੀਕ ਹੈ। ਨਾ ਇਹ ਫਰਕ ਕਿਉਂ ਆ ਦੂਜੀਆਂ ਏਅਰਲਾਈਨਸ ਨਾਲ ਏਅਰਪੋਰਟਾਂ ਨਾਲ? ਆਈ ਹੈਵ ਨੋ ਆਈਡੀਆ ਦ ਰੇਟ ਕੀ ਹੈ ਜੀ, ਪਰ ਜੌਲ ਸਾਹਿਬ ਨੂੰ ਪਤਾ ਹੋਵੇ ਤਾਂ ਆਨਸਰ ਕਰ ਸਕਦੇ, ਪਰ ਤੂੰ ਜੌਲ ਸਾਹਿਬ? ਯੈਸ, ਨਹੀਂ ਸਾਡੀ ਜਿਹੜੀ ਇਨਫੋਰਮੇਸ਼ਨ ਆ ਨਾ ਇੰਨਾ ਲੰਬਾ ਸਫ਼ਾ ਜਰਨਲਿਜ਼ਮ ਦੇ ਵਿੱਚ ਤੈਅ ਕਰ ਲੈਣ ਤੋਂ ਬਾਅਦ ਅਰਸ਼ ਇਹ ਅਜ਼ੰਪਸ਼ਨ ਬੇਸਡ ਨਹੀਂ ਹੈਗੀ। ਹਾਂ, ਅਜ਼ੰਪਸ਼ਨਸ ਨਹੀਂ ਹੈ ਵੀ ਇਹ ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰਿਤ ਨਹੀਂ ਹੈਗੀ ਜੀ ਵੀ ਫਲਾਨੀ ਸਰਕਾਰ ਇਹਨੂੰ ਰੋਕ ਰਹੀ ਆ, ਫਲਾਨੀ ਫੀ ਕਰਕੇ ਹੋਊਗਾ। ਉਹ ਸੈਕੰਡਰੀ ਇਸ਼ੂਜ਼ ਹੈਗੇ ਆ, ਹਨਾ।
ਤੇ ਉਹ ਤੋਂ ਪਹਿਲਾਂ ਵੀ ਅੰਮ੍ਰਿਤਸਰ 에ਅਰਪੋਰਟ ਤੇ ਜੇ ਮਤਲਬ ਬਾਕੀ ਦੀਆਂ 에ਅਰਲਾਈਨਾਂ ਨੂੰ ਫੀ ਜ਼ਿਆਦਾ ਨਹੀਂ ਲੱਗਦੀ ਤੇ ਟੋਰਾਂਟੋ ਅੰਮ੍ਰਿਤਸਰ ਨੂੰ ਕੱਲ੍ਹ ਹੀ ਜ਼ਿਆਦਾ ਲੱਗਣੀ ਚਾਹੀਦੀ ਆ। ਉਹੀ ਗੱਲ ਹੈਗੀ ਹੈ ਜੀ। ਜੇ ਉਹ ਰੂਟ ਫਾਇਦੇਮੰਦ ਹੋਵੇ ਤੇ ਉਹ ਟਿਕਟ ਦੇ ਵਿੱਚ ਸ਼ਾਮਲ ਹੀ ਹੋਣਾ, ਜਿੰਨੀ ਵੀ ਫੀ ਉੱਥੇ ਲੈਂਡਿੰਗ ਲੱਗੂਗੀ 에ਅਰਲਾਈਨ ਦੇ ਤੇ ਉਹ ਪੈਸੇਂਜਰਸ ਨਹੀਂ ਪੇ ਕਰਨਾ ਜੀ। ਮਤਲਬ 에ਅਰਲਾਈਨ ਨੇ ਪੱਲਿਓਂ ਤਾਂ ਦੇਣਾ ਨਹੀਂ ਹੈਗਾ ਕੁਛ ਵੀ ਨਾ। ਗੱਲ ਤੇ ਇਹ ਆ ਵੀ ਜੇ ਉਹਨਾਂ ਦੇ ਪਲੇਨ ਦੇ ਵਿੱਚ ਰੌਣਕ ਹੈ ਸਾਰੀਆਂ ਕਲਾਸਾਂ ਦੇ ਵਿੱਚ, ਇਕੋਨੋਮੀ ਦੇ ਵਿੱਚ, ਹਨਾ, ਮਤਲਬ ਕਹਿ ਲਓ ਵੀ ਬਿਜ਼ਨਸ ਕਲਾਸ ਦੇ ਵਿੱਚ ਖਾਸ ਤੌਰ ਤੇ ਬਿਜ਼ਨਸ ਕਲਾਸ 'ਚ ਉਹਨਾਂ ਨੂੰ ਪ੍ਰੋਫਿਟ ਮਿਲਣਾ ਹੁੰਦਾ। ਬਿਜ਼ਨਸ ਕਲਾਸ ਜੇ ਉਹਨਾਂ ਦੀ ਖਾਲੀ ਜਾ ਰਹੀ ਆ ਤੇ ਉਹ ਫਲਾਈਟ ਦੇਰ ਸਵੇਰ ਰੁਕ ਕੇ ਰਹੂਗੀ। 3 ਵਾਰੀ ਟਰਾਈ ਹੋ ਚੁੱਕੀ ਅੰਮ੍ਰਿਤਸਰ ਟੋਰਾਂਟੋ, 3 ਵਾਰੀ ਬੰਦ ਹੋ ਚੁੱਕੀ। ਇੱਕ ਤੇ 에ਅਰਲਾਈਨ ਹੀ ਉੱਥੇ ਦਿਵਾਲਾ ਨਿਕਲ ਗਿਆ ਸੀ ਅੱਧ ਵਿਚਾਲੇ ਉਹਨਾਂ ਦਾ, ਰਾਈਟ, ਹਨਾ। ਸੋ ਇਸ ਕਰਕੇ ਆਪਾਂ ਸੱਚਾਈਆਂ ਨੂੰ ਸਮਝੀਏ। ਜਿੰਨਾ ਚਿਰ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦੇ ਆ, ਏਦਾਂ ਮੰਨੀ ਜਾਂਦੇ ਆ ਫਲਾਨੀ ਸਰਕਾਰ ਟਿਮਕਾ, ਇਹਦੇ ਵਿੱਚ ਆਪਾਂ ਬਹੁਤ ਸਮਾਂ ਗਵਾ ਲਿਆ। ਆ ਜਾਈਏ ਹੁਣ ਜ਼ਮੀਨੀ ਹਕੀਕਤਾਂ ਤੇ ਥੋੜਾ ਜਿਹਾ ਜੀ, ਜ਼ਮੀਨੀ ਹਕੀਕਤਾਂ ਤੇ ਆ ਜਾਈਏ। ਜੇ ਆਪਾਂ ਸਮੱਸਿਆ ਨੂੰ ਸਮਝ ਕੇ ਵੀ ਨਹੀਂ ਸਮਝਣਾ ਚਾਹੁੰਦੇ ਉਹ ਤਾਂ ਗੱਲ ਹੈਗੀ ਵੱਖਰੀ, ਪਰ ਜੇ ਸਮਝ ਕੇ ਆਪਣੀ 100% ਐਨਰਜੀ ਸਿੱਧੇ ਪਾਸੇ ਲਾਈਏ ਤੇ ਮਸਲਾ ਹੱਲ ਜਲਦੀ ਹੋ ਸਕਦਾ। ਸੋ ਇਸ ਕਰਕੇ ਇਹ ਫੀਸਾਂ ਫੂਸਾਂ ਵਾਲੀ ਜਿਹੜੀ ਗੱਲ ਆ ਨਾ, ਇਹ ਮੇਨ ਰੀਜ਼ਨ ਨਹੀਂ ਹੈਗਾ। ਅੰਮ੍ਰਿਤਸਰ 에ਅਰਪੋਰਟ ਤੇ ਹੋਰ ਸੈਂਕੜੇ ਫਲਾਈਟਾਂ ਆ ਤੇ ਜਾ ਰਹੀਆਂ, ਬੜ ਸੋਹਣੀਆਂ ਜਾ ਰਹੀਆਂ ਨੇ। ਬਿਲਕੁਲ ਇੱਧਰੋਂ ਫਲਾਈਟ ਲੌਂਗ ਰੂਟ ਦੀ ਉਹ ਜਾਊਗੀ ਜਿਹੜੀ 에ਅਰਲਾਈਨ ਨੂੰ ਲੱਗੂ ਵੀ ਸਾਨੂੰ ਚਲਾ ਕੇ 4 ਪੈਸੇ ਬਣ ਜਾਣੇ ਜਾਂ ਘਾਟਾ ਹੀ ਨਾ ਐਟਲੀਸਟ ਪਊਗਾ। ਜਿੰਨਾ ਚਿਰ ਇਸ ਰੀਜ਼ਨ ਤੇ ਆਪਾਂ ਕੰਮ ਨਹੀਂ ਕਰਦੇ, ਜਿੰਨੇ ਮਰਜ਼ੀ ਇੱਧਰੋਂ ਉੱਧਰੋਂ ਸੁਣੀਆਂ ਸੁਣਾਈਆਂ ਗੱਲਾਂ ਅਸੀਂ ਮਤਲਬ ਕਰੀ ਚੱਲੀਏ, ਇਹ ਤਾਂ ਅਸੀਂ ਹੁਣ ਇੰਨੇ ਸਾਲ ਕੰਮ ਕਰਕੇ 에ਅਰਲਾਈਨਸ ਨਾਲ, ਅੱਜ ਮੈਂਬਰ ਪਾਰਲੀਮੈਂਟ ਸਾਹਿਬਾਨ ਕਿਉਂ ਇਹ ਗੱਲ ਮੰਨ ਰਹੇ? ਉਹ ਕਹਿ ਰਹੇ ਵੀ ਸਾਨੂੰ 에ਅਰਲਾਈਨਾਂ ਇਹੀ ਗੱਲ ਕਹਿੰਦੀਆਂ ਵੀ ਸਾਡਾ ਬਿਜ਼ਨਸ ਕਲਾਸ ਦਾ ਇਸ਼ੂ ਸੀਗਾ, ਖਾਲੀ ਉੱਡਦੀ ਸੀ। ਤੇ ਇਹ ਗੱਲ ਸੱਚ ਆ, ਨਹੀਂ ਮੰਨਣੀ ਤਾਂ ਫਿਰ ਗੱਲ ਵੱਖਰੀ ਆ। ਜਿਹੜੀਆਂ ਸੱਚਾਈਆਂ ਨੂੰ ਆਪਾਂ ਜੀਵਨ 'ਚ ਨਹੀਂ ਮੰਨਦੇ ਉਹ ਦੇਰ ਸਵੇਰ ਸਾਡੇ ਉਜਾੜੇ ਦਾ ਕਾਰਨ ਬਣਦੀਆਂ, ਸਾਨੂੰ ਪਰੇਸ਼ਾਨੀਆਂ ਵੱਧਦੀਆਂ। ਸਿਉਂਕ ਘੁਣ ਆਲ ਦੁਆਲ ਦੇ ਵਿੱਚ ਆਪਾਂ ਅੱਖਾਂ ਬੰਦ ਕੀਤੀਆਂ ਤੇ ਵਧੀ ਜਾ ਰਿਹਾ ਕਿਉਂਕਿ ਅੱਖਾਂ ਬੰਦ ਕੀਤੀਆਂ ਹੋਈਆਂ। ਸੋ ਇਹ ਵੀ ਜੇ ਅਸਲੀ ਰੀਜ਼ਨ ਤੋਂ ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ ਵੀ ਇਹ ਫਲਾਈਟ ਬੰਦ ਹੋਣ ਸ਼ੁਰੂ ਹੋਣ ਦੇ ਵਿੱਚ ਅਸਲ 'ਚ ਰੁਕਾਵਟ ਕੀ ਆ, ਤੇ ਫਿਰ ਆਪਾਂ ਹੁਣ ਟੱਕਰਾਂ ਤੇ ਭਾਈਚਾਰਾ ਮਾਰ ਹੀ ਰਹੇ ਆ ਨਾ। ਰਾਈਟ। ਸੋ ਇਸ ਕਰਕੇ 에ਅਰਲਾਈਨ ਤੱਕ ਅਪਰੋਚ ਕਰਨਾ ਜ਼ਰੂਰੀ ਆ। ਬਾਕੀ ਸਭ ਕੁਝ ਵਰਕੇਬਲ ਆ, ਉਹਨਾਂ ਨੂੰ ਸਮਝਾਉਣਾ ਜ਼ਰੂਰੀ ਆ ਵੀ ਆ ਦੇਖੋ ਇਦਾਂ ਕਰਕੇ ਇਹ ਫਲਾਈਟ ਤੁਹਾਡੀ ਫਾਇਦੇਮੰਦ ਹੋਵੇਗੀ ਜੀ। ਸਿੰਪਲ ਇਜ਼ ਦੈਟ ਜੀ। ਜੌਲ ਸਾਹਿਬ, ਕੌਂਸਲ ਜਨਰਲ ਆਫ ਇੰਡੀਆ ਦੀ ਗੱਲਬਾਤ ਕਰ ਲਈਏ, ਜੋ ਕਿ ਕਾਫੀ ਇਨਕੁਆਰੀਆਂ ਆ ਰਹੀਆਂ ਸਨ ਜੀ ਰਿਲੇਟਡ ਟੂ ਪਾਸਪੋਰਟ, ਵੀਜ਼ਾ, OCI, PCC, ਸਰੈਂਡਰ ਸਰਟੀਫਿਕੇਟ ਐਂਡ ਲਾਈਫ ਸਰਟੀਫਿਕੇਟ ਦੀ ਗੱਲਬਾਤ ਹੋ ਰਹੀ ਸੀ। ਇਹ 26 ਫੈਬਰੂਅਰੀ ਨੂੰ ਹੋਣ ਜਾ ਰਿਹਾ ਜੀ, ਇਹਦੀ ਕੋਈ ਜਾਣਕਾਰੀ ਜੀ? ਹਾਂਜੀ ਹਰਸ਼, ਇਹ 26 ਤਰੀਕ ਨੂੰ ਜਿਹੜਾ ਕੈਂਪ ਹੈ ਇਹ ਨਾਨਕਸਰ ਗੁਰਦੁਆਰਾ ਸਾਹਿਬ ਜਿਹੜਾ GP ਮੈਕਲੋਗਲਨ ਤੇ ਸ਼ੈਰੀਡਨ ਕਾਲਜ ਦੇ ਲਾਗੇ ਆ, ਕਹਿ ਲਓ ਪੀਰੇ ਲਾਸਨ ਏਰੀਆ ਦੇ ਵਿੱਚ, ਉਧਰ ਇਹ ਕੈਂਪ ਹੈ ਜਿਹੜਾ GP ਲੱਗੇਗਾ ਨਾਨਕਸਰ ਗੁਰਦੁਆਰਾ ਸਾਹਿਬ ਦੇ ਵਿੱਚ 26 ਫਰਵਰੀ ਨੂੰ ਸ਼ਨੀਚਰਵਾਰ ਹੈਗਾ ਉਸ ਦਿਨ। ਸੋ ਸਵੇਰੇ 10 ਵਜੇ ਤੋਂ ਲੈ ਕੇ 1:30 ਵਜੇ ਤੱਕ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੋਈ ਭਾਰਤੀ ਪਾਸਪੋਰਟ ਦਾ ਪੁਰਾਣਾ ਕਿਸੇ ਦਾ ਇਸ਼ੂ ਹੈ, ਕੋਈ ਵੀਜ਼ਾ ਦੇ ਨਾਲ ਸੰਬੰਧਿਤ ਉਹਨਾਂ ਦਾ ਕੁਐਰੀਜ਼ ਹੈਗੀਆਂ, OCI ਦੇ ਨਾਲ ਖਾਸ ਤੌਰ ਤੇ ਸਰੈਂਡਰ ਸਰਟੀਫਿਕੇਟ ਜੋ ਆਪਾਂ ਦੱਸਿਆ ਹੋਇਆ ਜਿਹੜੀਆਂ ਮੁਸ਼ਕਲਾਂ ਸੀਗੀਆਂ, ਹਨਾ, ਤੇ ਇਹ ਫਿਰ PCC ਜਾਂ ਫਿਰ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣਾ ਹੁੰਦਾ, ਇਸ ਤਰ੍ਹਾਂ ਦੀਆਂ ਲਾਈਫ ਸਰਟੀਫਿਕੇਟ ਤੁਸੀਂ ਅਜੇ ਵੀ ਕਿਤੇ ਲੈਣਾ ਹੈ, ਕੋਈ ਹੋਰ ਅਟੈਸਟੇਸ਼ਨ ਕਰਾਉਣੀ ਆ। ਸੋ ਇਸ ਤਰ੍ਹਾਂ ਦੇ ਇਸ਼ੂਜ਼ ਵਾਸਤੇ ਜਿਹੜਾ ਜਿਵੇਂ ਮੌਕੇ ਤੇ ਉਹ ਕੌਂਸਲੇਟ ਜਨਰਲ ਦਾ ਸਟਾਫ ਪਹੁੰਚਣਾ ਤੇ ਉਸ ਦਿਨ ਫਿਰ ਜਿਹੜਾ ਆਪਣਾ ਗੱਲ ਕੀਤੀ ਜਾ ਸਕਦੀ ਆ। ਫੁੱਲੀ ਕੰਪਲੀਟਡ ਜਿਹੜੀਆਂ ਐਪਲੀਕੇਸ਼ਨਸ ਹੋਣਗੀਆਂ, ਜਿੰਨੇ ਵੀ ਨਾਲ ਡਾਕੂਮੈਂਟਸ ਚਾਹੀਦੇ ਆ ਜੋ ਪ੍ਰੋਪਰਲੀ ਲੱਗੇ ਆ, ਤੇ ਉਹ ਵੀ ਉੱਥੇ ਐਕਸੈਪਟ ਕੀਤੀਆਂ ਜਾਣਗੀਆਂ ਉਹਨਾਂ ਦੇ ਵੱਲੋਂ। ਪਰ ਜਿਹੜੀ ਫੀ ਆ ਉਹਨਾਂ ਨੇ ਉਹ ਸਿਰਫ ਡੈਬਿਟ ਕਾਰਡ ਤੇ ਹੀ ਲੈਣੀ ਹੈ। ਤੇ ਜੇ ਕਿਸੇ ਦੀ ਕੋਈ ਅਟੈਸਟੇਸ਼ਨ ਆ, ਫਰਜ਼ ਕਰੋ ਵੀ ਕੋਈ ਹਲਫੀਆ ਬਿਆਨ ਹੈ, ਹਨਾ, ਕੋਈ ਕਿਸੇ ਨੂੰ ਪਾਵਰ ਆਫ ਅਟਾਰਨੀ ਦੇਣੀ ਆ, ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ, ਉਹਦੇ ਵਾਸਤੇ ਜਿਹੜੀ ਫੀ ਆ ਉਹ ਜਿਹੜਾ ਬੈਂਕ ਦਾ ਡਰਾਫਟ ਹੈ ਉਹ ਬਣਿਆ ਹੋਣਾ ਚਾਹੀਦਾ। ਸੋ ਸਾਰੀਆਂ ਫੁੱਲੀ ਕੰਪਲੀਟਡ ਜਿਹੜੀਆਂ ਐਪਲੀਕੇਸ਼ਨਸ ਨੇ ਉੱਥੇ ਉਹ ਐਕਸੈਪਟ ਵੀ ਕਰ ਲੈਣਗੇ। ਸੋ ਇਹ ਕੈਂਪ ਜਿਹੜਾ ਜੀ 26 ਫਰਵਰੀ ਨੂੰ ਹੋਏਗਾ। ਜੌਲ ਸਾਹਿਬ, ਕੁਇਕਲੀ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਇੱਕ ਲਾਸਟ ਸਵਾਲ ਹੈ ਮੇਰਾ ਜੀ, ਜੋ ਕਿ ਮੋਸ਼ਨ ਇਨ ਪ੍ਰੋਗਰੈਸ ਹੋਇਆ ਜੀ, ਸਿਟੀ ਦਾ ਸਨੋ ਰਿਮੂਵਲ ਗ੍ਰਾਂਟ 200 ਤੋਂ ਮੈਕਸ ਤੇ 300 ਪਰ ਈਅਰ ਫॉर ਬ੍ਰੈਂਪਟਨ ਸੀਨੀਅਰਸ, ਇਹਦੀ ਗੱਲਬਾਤ? ਯੈਸ ਸਰ, ਚ ਵੀ ਆਪਾਂ ਹੁਣ ਮੀਡੀਆ ਦੇ ਵਿੱਚ ਕੰਮ ਕਰਦਿਆਂ ਇੱਕ ਤਾਂ ਅਸੂਲ ਇਹ ਰੱਖਿਆ ਸੀ ਵੀ ਜਿਹੜੇ ਮੁੱਦੇ ਆ, ਇਸ਼ੂਜ਼ ਆ, ਜਿਹੜੇ ਲੋਕਾਂ ਦੇ ਮਨਾਂ ਤੇ ਆ, ਉਹ ਉਭਾਰਨੇ ਆ। ਨਾਲ ਇਹ ਰੱਖਿਆ ਸੀ ਵੀ ਉਭਾਰ ਕੇ ਫਿਰ ਛੱਡ ਨਹੀਂ ਦੇਣੇ, ਉਹਨਾਂ ਦੇ ਹੱਲ ਵਾਸਤੇ ਵੀ ਅੱਗੇ ਵੱਧਦੇ ਹੀ ਰਹਿਣਾ ਜਿੰਨਾ ਚਿਰ ਉਹ ਹੱਲ ਹੋ ਨਾ ਜਾਣ। ਰਾਈਟ। ਜਿਵੇਂ ਕਿ ਖਾਸ ਤੌਰ ਤੇ ਆਪਾਂ 4 ਸਾਲ ਜਦੋਜਹਿਦ ਜਾਰੀ ਰੱਖੀ ਤੇ LMIA ਦੇ ਫਰਾਡ ਵਾਲਾ ਕਾਨੂੰਨ ਜਿਹੜਾ ਢਿੱਲਾ ਮੱਠਾ ਸੀ ਉਹ ਅਕਸਰ ਬਦਲੇ ਹੀ ਲਿਆ ਸਰਕਾਰ ਨੇ। ਏਦਾਂ ਹੀ ਫਿਰ ਆਪਾਂ ਦੇਖਿਆ ਵੀ ਗੁਰੂ ਨਾਨਕ ਦੇਵ ਜੀ ਦੇ ਨਾਮ ਦਾ ਅਪਮਾਨ ਜੋ ਬਰੈਂਪਟਨ ਦੇ ਹਸਪੀਟਲ ਦੇ ਵਿੱਚ ਹੋ ਰਿਹਾ ਸੀਗਾ,
ਉਹਦੇ ਤੇ 4 ਸਾਲ ਭਾਵੇਂ ਕੰਮ ਕੀਤਾ, ਪਰ ਪਿਛਲੇ ਸਾਲ ਬੜੀ ਸ਼ਾਨ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਨਾਮ ਜਿਹੜਾ ਜੀ ਇੱਜ਼ਤ ਸਤਿਕਾਰ ਦੇ ਨਾਲ ਟੌਪ ਤੇ ਹੁਣ ਲਿਖਿਆ ਹੋਇਆ ਨਜ਼ਰ ਆਉਂਦਾ ਸੰਗਤਾਂ ਨੂੰ ਜੀ। ਉਸ ਕਾਰਜ ਨੂੰ ਵੀ ਆਪਾਂ ਨੂੰ 4 ਸਾਲ ਲੱਗ ਗਏ। ਫਿਰ ਆਪਾਂ ਨੂੰ ਪਤਾ ਲੱਗਾ ਸੀਗਾ ਵੀ ਜਿਹੜਾ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਸਾਡੇ ਡਰਾਈਵਰਸ ਹੈਗੇ ਆ, ਉਹਨਾਂ ਦੇ ਲੰਚ ਬਾਕਸ ਕੁੱਤਿਆਂ ਨੂੰ ਸੁੰਘਾਏ ਜਾਂਦੇ ਜਾਂਚ ਪੜਤਾਲ ਵੇਲੇ। ਉਹ ਮਸਲਾ ਜਦੋਂ ਆਪਾਂ ਨੂੰ ਪਤਾ ਲੱਗਾ, ਆਪਾਂ 24 ਘੰਟਿਆਂ 'ਚ ਹੱਲ ਕਰਾਉਣ 'ਚ ਸਫਲ ਹੋ ਗਏ। ਹੁਣ ਕੋਈ ਡਰਾਈਵਰ ਦੱਸੇ ਵੀ ਉਹਨਾਂ ਦਾ ਕੋਈ ਲੰਚ ਬਾਕਸ ਉੱਤੇ ਕੁੱਤਿਆਂ ਨੂੰ ਸੁੰਘਾਇਆ ਜਾਂਦਾ। ਸੋ ਇਸ ਕਰਕੇ ਇਹ ਆ ਜੀ ਵੀ ਇਹ ਸੁਰੈਂਡਰ ਸਰਟੀਫਿਕੇਟ ਦਾ ਜਿਹੜਾ ਇਸ਼ੂ ਸੀਗਾ, ਇਹ ਤੇ ਆਪਾਂ ਅੱਜ ਪਿਛਲੇ ਦਿਨ ਹੀ ਉਠਾਇਆ ਸੀਗਾ, ਜਦੋਂ ਤੁਹਾਡੇ ਡੈਡ ਨੇ ਵੀ ਜਾਂ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਵੀ ਇਹ ਸ਼ਿਕਾਇਤਾਂ ਆ ਰਹੀਆਂ ਸੀ ਕਿ ਸਰੈਂਡਰ ਸਰਟੀਫਿਕੇਟ ਮੰਗਿਆ ਜਾ ਰਿਹਾ, ਜਦੋਂ ਕਿ 31 ਮਈ 2010 ਤੋਂ ਪਹਿਲਾਂ ਜਿਨ੍ਹਾਂ ਦੇ ਪਾਸਪੋਰਟ ਕੈਂਸਲ ਉਹਨਾਂ ਦੀ ਲੋੜ ਹੀ ਨਹੀਂ ਹੈ। ਸੋ ਇਹ ਇਸ਼ੂ ਵੀ ਆਪਾਂ ਰਿਜ਼ੋਲਵ ਕਰਾਉਣ 'ਚ ਸਫਲ ਹੋ ਗਏ ਕੁਛ ਦਿਨਾਂ ਦੇ ਵਿੱਚ ਹੀ। ਹੁਣ ਏਦਾਂ ਨਹੀਂ ਉੱਥੇ ਹੋ ਰਿਹਾ। ਏਦਾਂ ਹੀ ਆ ਵੀ ਆ ਸਨੋ ਰਿਮੂਵਲ ਦੀ ਜਿਹੜੀ ਗ੍ਰਾਂਟ ਸੀਨੀਅਰਸ ਨੂੰ ਬਰੈਂਪਟਨ ਸਿਟੀ ਵੱਲੋਂ ਦਿੱਤੀ ਜਾਂਦੀ ਆ, ਹਜੇ ਬਹੁਤ ਹੀ ਦੇਰ ਨਹੀਂ ਹੋਈ। ਆਪਾਂ ਇਸ ਬਾਰੇ ਪ੍ਰੋਗਰਾਮ 'ਚ ਗੱਲ ਕੀਤੀ ਸੀ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਅਸੀਂ 2 ਕਾਉਂਸਲਰਾਂ ਦੇ ਧਿਆਨ ਦੇ ਵਿੱਚ ਪਰਸਨਲੀ ਇਹ ਗੱਲ ਮੈਂ ਲਿਆਂਦੀ ਹੈ ਨਾ ਆਪਾਂ ਜੀ। ਉਸ ਤੋਂ ਬਾਅਦ ਐਟਲੀਸਟ ਹੁਣ ਜਾਣੀ ਇੱਕ ਕਾਉਂਸਲਰ ਦੇ ਦਫ਼ਤਰ ਤੋਂ ਕਨਫਰਮ ਹੋ ਗਿਆ ਵੀ ਉਹ ਇਸ ਮੋਸ਼ਨ ਤੇ ਕੰਮ ਕਰ ਰਹੇ ਨੇ, ਜਿਹੜੇ ਵਿੱਚ ਕਿ ਵੀ ਇਹ ਸਨੋ ਰਿਮੂਵਲ ਗ੍ਰਾਂਟ ਸੀਨੀਅਰਸ ਨੂੰ ਦਿੱਤੀ ਜਾਂਦੀ 65+ ਨੂੰ ਜੀ 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 ਵੀ ਉਹ ਜੇ ਦੇਣੀ ਆ ਤੇ ਵੀ $200 $300 ਜਿੰਨੀ ਵੀ ਦੇ ਦਿਓ, ਉਹਨਾਂ ਨੂੰ ਕਾਗਜ਼ੀ ਚੱਕਰਾਂ 'ਚ ਨਾ ਉਲਝਾਓ। ਆਹ ਹੁਣ ਬਿੱਲ ਲੈ ਆਓ ਜੀ, ਹੁਣ ਤੁਸੀਂ ਆਹ ਰਸੀਦ ਲੈ ਆਓ ਜੀ, ਹੁਣ ਤੁਸੀਂ ਆਹ ਕਾਂਟਰੈਕਟ ਲੈ ਆਓ ਜੀ। ਪਹਿਲੀ ਗੱਲ ਤੇ ਅਸੀਂ ਉਹ ਕੌਂਸਲਰ ਸਾਹਿਬਾਨਾਂ ਨੂੰ ਗੁਰਪ੍ਰੀਤ ਢਿੱਲੋਂ ਹੋਣਾ ਨੇ ਕਨਫਰਮ ਕੀਤਾ, ਉਹਨਾਂ ਦੇ ਦਫ਼ਤਰ ਨੇ, ਕਿ ਅਸੀਂ ਇਸ ਮੋਸ਼ਨ ਤੇ ਹੁਣ ਕੰਮ ਕਰ ਰਹੇ ਹਾਂ ਜੀ, ਕਿ ਭਈ ਇਹ ਅਸੀਂ ਰਿਕੁਐਸਟ ਉਹਨਾਂ ਨੂੰ ਇਹ ਵੀ ਪਾਈ ਆ ਵੀ ਜੇ ਥੋੜਾ ਜਿਹਾ ਨੂੰ ਵਧਾ ਸਕੋ, ਕਿਉਂਕਿ ਸਨੋ ਰਿਮੂਵ ਜੇ ਸੀਜ਼ਨ ਵਾਸਤੇ ਕਰਾਉਣੀ ਆ ਤੇ ਉਹਦੇ ਵਾਸਤੇ ਚਾਹੀਦਾ ਤੁਹਾਨੂੰ $1000 ਤੋਂ ਲੈ ਕੇ $1500 ਆ ਜੀ ਫॉर ਸਮ ਰੀਜ਼ਨ। ਸੋ ਇਸ ਕਰਕੇ ਜੀ ਵੀ ਇਹ ਜਿਹੜੀ $200 ਜਾਂ $300 ਦੀ ਗ੍ਰਾਂਟ ਆ, ਵੀ ਇਹਦੇ ਵਿੱਚ ਜੇ ਥੋੜਾ ਵਾਧਾ ਹੋ ਸਕੇ ਤਾਂ ਬਹੁਤ ਖੁਸ਼ੀ ਦੀ ਗੱਲ ਆ, ਪਰ ਇਹ ਦੇ ਜ਼ਰੂਰ ਬਿਨਾਂ ਕਿਸੇ ਮੁਸ਼ਕਲ ਤੋਂ ਦੇਣੀ ਚਾਹੀਦੀ ਸੀਨੀਅਰਸ ਨੂੰ। ਕੋਈ ਕਾਗਜ਼ੀ ਕਾਰਵਾਈਆਂ ਦੇ ਵਿੱਚ ਉਹਦੇ ਨਾਲ ਸਿਟੀ ਦਾ ਕੰਮ ਵੀ ਘਟੇਗਾ ਤੇ ਸੀਨੀਅਰਸ ਵੀ ਚਲੋ ਉਹਨਾਂ ਨੂੰ ਵੀ ਕੋਈ ਬਹੁਤਾ ਰਸੀਦਾਂ ਵਗੈਰਾ ਦਾ ਅਰੇਂਜਮੈਂਟ ਨਹੀਂ ਕਰਨਾ ਪਏਗਾ। ਸੋ ਤਦ ਕਰਕੇ ਜੀ ਵੀ ਇਹ ਮੋਸ਼ਨ ਜਿਹੜਾ ਹੋਪਫੁਲੀ ਉਹ ਦੇਖਦੇ ਹਾਂ ਵੀ ਕੌਂਸਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹ ਸਫਲ ਹੁੰਦਾ ਜਾਂ ਅੱਗੋਂ ਕੀ ਡਿਸੀਜਨ ਆਉਂਦਾ। ਪਰ ਜਿੰਨਾ ਮੀਡੀਆ ਦੇ ਤੌਰ ਤੇ ਆਪਣੀ ਰਿਸਪੌਂਸਿਬਿਲਿਟੀ ਸੀ ਕਿ ਇਸ ਇਸ਼ੂ ਨੂੰ ਆਪਾਂ ਸਾਹਮਣੇ ਵੀ ਲਿਆਈਏ, ਭੈਣ ਭਰਾਵਾਂ ਨੂੰ ਆਪਾਂ ਇਹਦੇ ਬਾਰੇ ਅਵੇਅਰ ਵੀ ਹੋਈਏ ਤੇ ਰਲ ਮਿਲ ਕੇ ਇਹ ਤੇ ਕੰਮ ਵੀ ਕਰੀਏ, ਇਹਨੂੰ ਹੱਲ ਕਰਾਉਣ ਵਾਲੇ ਪਾਸੇ ਨੂੰ ਵੀ ਵਧੀਏ, ਉਧਰ ਨੂੰ ਆਪਾਂ ਵਧ ਰਹੇ ਹਾਂ। ਸੋ ਇਹ ਇੱਕ ਵਾਰ ਫੇਰ ਆਪਾਂ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਇਸ 1.25 ਲੱਖ ਚੋਂ ਇੱਕ ਬੰਦਾ ਵੀ ਜੇ ਸਿੱਧੇ ਪਾਸੇ ਨੂੰ ਤੁਰਿਆ ਰਵੇ ਤੇ ਬਹੁਤ ਮਸਲੇ ਔਖੇ ਜਿਹੜੇ ਗੁੰਝਲਦਾਰ ਆਪਾਂ ਨੂੰ ਲੱਗਦੇ ਆ ਉਹ ਹੱਲ ਹੋ ਸਕਦੇ। ਬਹੁਤ ਵੱਡੇ ਗਰੁੱਪ ਧੜਿਆਂ ਦੀ ਲੋੜ ਨਹੀਂ ਹੁੰਦੀ, ਇੱਕ ਬੰਦਾ ਹੀ ਬਹੁਤ ਹੈ। ਕੈਨੇਡਾ ਵਰਗੇ ਦੇਸ਼ 'ਚ ਤਾਂ ਖਾਸ ਤੌਰ ਤੇ ਇੱਕ ਬੰਦਾ ਹੀ ਬਹੁਤ ਹੈ ਜੇ ਉਹਨੇ ਕੁਝ ਕਰਨਾ ਹੀ ਹੋਵੇ ਤਾਂ ਜੀ, ਬਿਲਕੁਲ। ਸੋ ਤਦ ਕਰਕੇ ਇੱਕ ਬੰਦਾ ਵੀ ਜੇ ਸਿੱਧੇ ਰਾਹ ਤੁਰਿਆ ਰਵੇ ਤੇ ਦੇਖ ਲਓ ਤੁਹਾਡੇ ਸਾਹਮਣੇ ਅੱਧੀ ਦਰਜਨ ਦੇ ਕਰੀਬ ਆਪਾਂ ਇਸ਼ੂਜ਼ ਆ ਜਿਹੜੇ ਪਿਛਲੇ ਹੀ 8 ਮਹੀਨਿਆਂ ਦੇ ਵਿੱਚ ਹੀ ਰਿਪੋਰਟ ਕਰ ਚੁੱਕੇ ਆ। ਕੰਮ ਤੇ ਭਾਵੇਂ ਚਲੋ ਕੁਝ ਤੇ ਆਪਾਂ 4 ਸਾਲ ਪਹਿਲਾਂ ਤੋਂ ਕਰ ਰਹੇ ਸੀ, ਪਰ 8 ਮਹੀਨਿਆਂ 'ਚ ਹੀ ਆਪਾਂ ਕਾਫੀ ਵੱਡੀਆਂ ਜਿਹੜੀਆਂ ਕਾਮਯਾਬੀਆਂ ਭੈਣ ਭਰਾਵਾਂ ਨੂੰ ਦੱਸ ਰਹੇ ਹਾਂ ਤੇ ਸਿਰਫ ਇਹ ਇੱਕ ਬੰਦੇ ਦਾ ਕੰਮ ਹੈ ਜੀ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਹਾਡੀ ਮਿਹਨਤ ਰੰਗ ਲਿਆ ਰਹੀ ਹੈ ਜੀ, ਨੋ ਡਾਊਟ। ਜੋ ਤੁਸੀਂ ਵੀ ਟੌਪਿਕਸ ਲੈ ਕੇ ਆਉਂਦੇ ਹੋ ਐਂਡ ਤੁਸੀਂ ਪ੍ਰੂਵ ਕਰਦੇ ਹੋ ਕਿ ਜੋ ਤੁਸੀਂ ਕਿਹਾ ਕਿ ਇੱਕ ਬੰਦਾ ਹੀ ਚਾਹੀਦਾ ਜੀ, ਜਸਟ ਟੂ put it in the head of the ears of the government, and ਬਹੁਤ ਕੁਝ ਹੋ ਸਕਦਾ ਅਗਰ ਤੁਸੀਂ ਚਾਹੋ ਤਾਂ। ਸੋ ਜੌਲ ਸਾਹਿਬ ਨਾਲ ਗੱਲਾਂ ਬਾਤਾਂ ਕਰਨਾ ਚਾਹੁੰਦੇ ਹੋ ਤੁਸੀਂ, ਐਂਡ ਅਗਰ ਤੁਸੀਂ ਇਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ 4168953784 4168953784 ਤੇ ਤੁਸੀਂ ਜੌਲ ਸਾਹਿਬ ਦੇ ਨਾਲ ਕੋਈ ਵੀ ਇਨਫੋਰਮੇਸ਼ਨ ਤੁਸੀਂ ਸਾਂਝੀ ਕਰ ਸਕਦੇ ਹੋ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।